ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ। ਮੈਂ ਹਾਂ ਤਰਨਜੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸਰਹੱਦੀ ਇਲਾਕਿਆਂ ਦਾ ਦੌਰਾ। ਕਿਹਾ ਸਿਆਸੀ ਲਾਹੇ ਲਈ ਸਰਕਾਰ ਨੇ ਕੀਤਾ ਲੋਕਾਂ ਨੂੰ ਘਰੋਂ ਬੇਘਰ। ਸੁਨੀਲ ਜਾਖੜ ਨੇ ਸਰਹੱਦੀ ਪਿੰਡ ਖਾਲੀ ਕਰਵਾਏ ਜਾਣ ਤੇ ਸਰਕਾਰ ਨੂੰ ਘੇਰਿਆ। ਕਿਹਾ ਜੰਗੀ ਮਾਹੌਲ ਬਣਾਉਣਾ ਸਰਕਾਰ ਦਾ ਸਿਆਸੀ ਸਟੰਟ। डेरा बाबा नानक ਦੇ ਇੱਕ ਪਿੰਡ ਵਿੱਚ ਹਥਿਆਰਬੰਦ ਸ਼ੱਕੀ ਦੇਖੇ ਜਾਣ ਤੇ ਪੁਲਿਸ ਅਤੇ ਸੁਰੱਖਿਆ ਦਸਤਿਆਂ ਨੇ ਚਲਾਈ ਤਲਾਸ਼ੀ ਮੁਹਿੰਮ। ਭਾਰਤ ਅਤੇ ਸਿੰਗਾਪੁਰ ਅੱਤਵਾਦ ਨਾਲ ਨਜਿੱਠਣ ਤੇ ਆਰਥਿਕ ਸਹਿਯੋਗ ਦੇ ਖੇਤਰ ਵਿੱਚ ਕਦਮ ਵਧਾਉਣਗੇ, ਕਿਹਾ ਨਰਿੰਦਰ ਮੋਦੀ ਨੇ। ਤੇ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਣ ਕਾਰਨ ਕੇਜਰੀਵਾਲ ਤੇ ਭੜਕੀ ਭਾਜਪਾ। ਪੁੱਛਿਆ ਕਿ ਫੌਜ ਤੇ ਭਰੋਸਾ ਨਹੀਂ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਪਾਕਿਸਤਾਨ ਵਿਚਕਾਰ ਪੈਦਾ ਹੋਈ ਤਣਾਅ ਕਾਰਨ ਮੁਸ਼ਕਲਾਂ ਨਾਲ ਘਿਰੇ ਹੋਏ ਸਰਹੱਦੀ ਇਲਾਕੇ ਦੇ ਲੋਕਾਂ ਦੀ ਸਾਰ ਲੈਣ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅੱਜ ਕਸਬਾ ਖੇਮਕਰਨ ਅਤੇ ਪਿੰਡ ਕਲਸ ਪਹੁੰਚੇ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਬਟੋਰਨ ਅਤੇ ਹਮਦਰਦੀ ਲੈਣ ਲਈ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਰਹੱਦੀ ਲੋਕਾਂ ਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਹੈ। ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸਰਹੱਦੀ ਇਲਾਕੇ ਵਿੱਚ 10 ਅਕਤੂਬਰ ਤੋਂ ਡੇਰੇ ਲਾਉਣਗੇ ਅਤੇ ਜਿੰਨਾ ਚਿਰ ਕਿਸਾਨ ਝੋਨਾ ਵੱਢ ਕੇ ਦਾਣਾ ਮੰਡੀਆਂ ਨਹੀਂ ਪੁੱਜਦੇ ਉਹਨਾਂ ਸਮਾਂ ਉਹ ਆਪਣੀ ਟੀਮ ਨਾਲ ਸਰਹੱਦੀ ਇਲਾਕੇ ਵਿੱਚ ਰਹਿਣਗੇ। ਕੈਪਟਨ ਨੇ ਲੋਕਾਂ ਨੂੰ ਕਿਹਾ ਕਿ ਡਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਭਾਰਤ ਪਾਕਿਸਤਾਨ ਵਿਚਾਲੇ ਜੰਗ ਦੀ ਕੋਈ ਸੰਭਾਵਨਾ ਨਹੀਂ ਹੈ। ਉਹਨਾਂ ਕਿਹਾ ਕਿ ਜਿੰਨਾ ਸਮਾਂ ਫੌਜ ਸਰਹੱਦ ਤੇ ਤਾਇਨਾਤ ਨਹੀਂ ਹੁੰਦੀ ਉਹਨਾਂ ਸਮਾਂ ਕੋਈ ਖਤਰਾ ਨਹੀਂ ਹੈ। मैं दौरा नहीं कटिया, मैं पहला उन्हें पहुंचा थोड़े कोल और मैं देखना आया और थोड़ा मिलना आया और कहना आया कि घबराहट की कोई लोड़ नहीं, कोई फौज नहीं लग, कोई इत्थे कोई लड़ाई लड़ूई नहीं लग रही। लोगों को अपने पिंडां तो सियासत वास्ते कढ़िया जा रहा है। तुसीं अपने पिंडां 'च रहो और अपने टब्बरां नूं और अपने सारी फसल नूं संभाल के रखो। जदों सारी दुनिया नूं पता है कि जदों भी जंग होए ने उदों कोई नहीं हिलिया बॉर्डर तो, अज जद जंग दा कोई गल ही नहीं है तो अज बंदियां नूं हिलाउण दा मतलब क्या है? ये कितने फौज नजर आ रही है तुहानूं? लड़ाई पैरामिलिट्री ने नहीं लड़नी, ये लड़ाई है फौज ने लड़नी। फौज अपने अपने पीस टाइम स्टेशनां ते बैठी है, कोई इत्थे लड़ाई की संभावना नहीं हुई। लोगों को तंग किया जा रहा है। मेरा ख्याल बॉर्डर 1.5 किलोमीटर भी नहीं है और सारे मैं बॉर्डर के अपने लोगों को कह रहे हैं और मेरी बेनती है अपने पिंड ना छड्डो, अपने पिंडा ने अपनी फसल नूं और अपने पशुओं नूं सांभो। बीजेपी लड़ाई लड़ रही है जितने वास्ते उत्थे यूपी ਦੇ ਵਿੱਚ ਔਰ ਇੱਥੇ ਦਿਖਾਉਣਾ ਚਾਹੁੰਦੇ ਕਿ ਮੈਂ ਕਿੰਨਾ ਬਹਾਦਰ ਬੰਦਾ ਹੈ, ਬਸ ਹੋਰ ਕੀ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਸੁਨੀਲ ਕੁਮਾਰ ਜਾਖੜ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਵੱਲੋਂ ਸਰਹੱਦ ਤੇ ਹਾਲਾਤ ਖਰਾਬ ਹੋਣਾ ਦੱਸ ਕੇ ਪਿੰਡ ਖਾਲੀ ਕਰਾਉਣ ਨੂੰ ਇੱਕ ਸਿਆਸੀ ਸਟੰਟ ਦੱਸਿਆ। ਉਨ੍ਹਾਂ ਕਿਹਾ ਕਿ ਜੰਗ ਦਾ ਮਾਹੌਲ ਬਣਾ ਕੇ ਸਰਕਾਰ ਚੋਣਾਂ ਅੱਗੇ ਪਾਉਣਾ ਚਾਹੁੰਦੀ ਹੈ ਤਾਂ ਜੋ 6 ਮਹੀਨੇ ਹੋਰ ਰਾਜ ਕੀਤਾ ਜਾ ਸਕੇ। ਜਾਖੜ ਨੇ ਸਰਕਾਰ ਤੋਂ ਪੁੱਛਿਆ ਕਿ ਜੇਕਰ ਸੱਚਮੁੱਚ ਪੰਜਾਬ ਵਿੱਚ ਗੰਭੀਰ ਮਾਹੌਲ ਸੀ ਤਾਂ ਪੰਜਾਬ ਦੇ ਉਪ ਮੁੱਖ ਮੰਤਰੀ 29 ਸਤੰਬਰ ਤੋਂ 3 ਅਕਤੂਬਰ ਤੱਕ ਪੰਜਾਬ ਤੋਂ ਬਾਹਰ ਕਿਉਂ ਸਨ, ਜਦਕਿ ਉਨ੍ਹਾਂ ਦੀ ਜਗ੍ਹਾ ਬਿਮਾਰ ਮੁੱਖ ਮੰਤਰੀ ਸਰਹੱਦੀ ਪਿੰਡਾਂ ਦਾ ਦੌਰਾ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਆਦੇਸ਼ ਨਾ ਹੋਣ ਦੇ ਬਾਵਜੂਦ ਪਿੰਡਾਂ ਨੂੰ ਖਾਲੀ ਕਰਵਾਇਆ ਗਿਆ। ਜਾਖੜ ਨੇ ਕਿਹਾ ਕਿ ਹਾਲ ਇਹ ਹੈ ਲੋਕਾਂ ਦੀ ਸਰਕਾਰ ਪ੍ਰਤੀ ਇੰਨੀ ਬੇਵਿਸ਼ਵਾਸੀ ਵੱਧ ਚੁੱਕੀ ਹੈ ਕਿ ਉਹ ਸਰਹੱਦੀ ਇਲਾਕੇ ਛੱਡਣ ਨੂੰ ਤਿਆਰ ਨਹੀਂ, ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਸਰਕਾਰ ਝੂਠ ਬੋਲ ਰਹੀ ਹੈ। ਸੁਨੀਲ ਜਾਖੜ ਨੇ ਸਰਕਾਰ ਪ੍ਰਤੀ ਵੱਧਦੀ ਬੇਵਿਸ਼ਵਾਸੀ ਨੂੰ ਦੇਖਦਿਆਂ ਮੁੱਖ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਰਾਜਪਾਲ ਨੂੰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣਾ ਚਾਹੀਦਾ ਹੈ। पंजाब के गृह मंत्री सरदार सुखबीर सिंह बादल डिप्टी चीफ मिनिस्टर साहब पिछले 4 दिन से पंजाब से बाहर नहीं होते, पंजाब के बॉर्डर के गांवों पे जाके लोगों का हौसला अफजाई कर रहे थे और पंजाब की समस्याओं को सुन रहे थे। ना तो डिप्टी चीफ मिनिस्टर साहब ने 29 तारीख को जिस दिन ये हमला हुआ है उस दिन की कैबिनेट मीटिंग अटेंड की और ना ही उस दिन के बाद से पंजाब में हैं, पंजाब से बाहर हैं। इस बात को चलते हुए पंजाब के लोगों ने भी समझा कि स्थिति तनावपूर्ण नहीं है और गांवों को खाली कराने का जो आदेश दिया गया है पंजाब सरकार के द्वारा वो सिर्फ और सिर्फ राजनीति से भरपूर है। माननीय मुख्यमंत्री साहब को आज अपनी कैबिनेट मीटिंग में जाके गवर्नर साहब को इस्तीफा दे देना चाहिए, क्योंकि इससे बड़ा जब देश की सुरक्षा, पंजाब की सुरक्षा खतरे में अगर पड़ सकती है, सरकार की डेफिसिट ऑफ क्रेडिबिलिटी, देयर इज अ क्राइसिस ऑफ क्रेडिबिलिटी ऑफ दिस गवर्नमेंट, जिसकी वजह से लोग विश्वास करना छोड़ गए हैं। ये सबसे बड़ा मुद्दा है। देखिए साहब, राष्ट्रपति शासन इसलिए जरूरी है कि लोगों का विश्वास इस सरकार पर से, अकाली बीजेपी सरकार पर से उठ गया है और कल अगर कोई ऐसा जेन्युइन इनपुट आती है इंटेलिजेंस की या डिफेंस मिनिस्ट्री बोलती है कि पंजाब के गांव खाली कराए जाएं, तो पंजाब सरकार के कहने से मुझे अंदेशा है कि लोग गांव नहीं छोड़ेंगे
क्योंकि वो पंजाब सरकार की किसी बात के ऊपर यकीन नहीं करते। तो ऐसी स्थिति से निपटने के लिए ये जरूरी हो जाता है कि जब तक बॉर्डर के ऊपर तनाव है, अगर कोई ऐसा मौका आ जाए तो गवर्नर महोदय की तरफ से आदेश जाए, गवर्नर महोदय की तरफ से डायरेक्शन जाए, तो लोग गांव खाली कर देंगे। अकाली बीजेपी सरकार, बादल साहब की सरकार के कहने से ना आज गांव खाली हुए, ना कल गांव खाली होंगे, और उसका कहीं नुकसान पंजाब को, पंजाब के लोगों को ना भुगतना पड़े, इसलिए राष्ट्रपति शासन की मांग की है। ਭਾਰਤ ਪਾਕਿਸਤਾਨ ਸਰਹੱਦ ਤੇ ਡੇਰਾ ਬਾਬਾ ਨਾਨਕ ਨੇੜੇ ਪਿੰਡ ਸ਼ਿਕਾਰ ਮਾਛੀਆਂ ਦੇ ਖੇਤਾਂ ਵਿੱਚ ਇੱਕ ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਦਸਤਿਆਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਸ਼ਿਕਾਰ ਮਾਛੀਆਂ ਵਿੱਚ ਇੱਕ ਔਰਤ ਰਜਿੰਦਰ ਕੌਰ ਨੇ ਖੇਤਾਂ ਵਿੱਚ ਲੁਕੇ ਇੱਕ ਸ਼ੱਕੀ ਨੂੰ ਦੇਖਿਆ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਔਰਤ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ ਅਤੇ ਉਸ ਕੋਲ ਹਥਿਆਰ ਵੀ ਸੀ। ਦੱਸਣਯੋਗ ਹੈ ਕਿ ਪਿੰਡ ਸ਼ਿਕਾਰ ਮਾਛੀਆਂ ਸਰਹੱਦ ਦੇ ਬਿਲਕੁਲ ਨੇੜੇ ਹੈ ਅਤੇ ਇੱਥੇ BSF ਦਾ ਹੈੱਡਕੁਆਰਟਰ ਵੀ ਹੈ। मैं इत्थे बाहर नूं आई हाँ ते उत्थे मैं सक्की कंढे भी वेखिया आ ते कल्ला जाना आ ते बाद च दूजे नहीं मैं वेखे हैगे ते उन्हां ने भी काला बाणा सारा ही पाया आ ते दूजी भी आ भी गल चों ना पाई आ ते मुड़ के मैं भी वो मेरे वाल वेंदा रहा खलो के ते मैं वेख के ते डर के भी दौड़ गई हाँ ते मुड़ के नहीं भी मैं वेखिया भी किधर नूं गया ते किधर नूं नहीं गया हैगा। इक्को मैं वेख्या आ, दूजे नहीं मैं वेखे, दूजे तो फिर झाड़ियां चोले किते लुके होंगे, मैं वेख्या इक्को जाना ही है। अगर हमें कोई इतला देता है तो हमारा फ़र्ज़ बनता है उसको जगह की छानबीन करना और उसकी प्रॉपरली सर्च करना ताकि कोई संदिग्ध वहाँ पर लुका ना हो, छुपा ना हो। देखिए ये जो सर्च अभियान है वो ऐसी जगहों पर चलाया जा रहा है जहाँ पर हमें संभावना होती है कोई जो सस्पेक्ट हैं वो छुप ना जाए, जैसे जंगल का एरिया। और ये साथ में एक नदी पड़ती है, इसको सक्की नदी बोलते हैं। सक्की नदी के आसपास काफ़ी बड़ा एरिया है जहाँ पर वेजिटेशन काफ़ी बड़ी है और बॉर्डर के पास है और BSF के कैंपसेस के पास है, और जितनी की छुपने की जगह हो सकती है, पॉसिबल जगह, उन सभी की सर्च की गई। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਅਨ ਲੂੰਗ ਅੱਜ ਭਾਰਤ ਪਹੁੰਚੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭਾਰਤ ਅਤੇ ਸਿੰਗਾਪੁਰ ਨੇ ਅੱਤਵਾਦ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਸਹਿਯੋਗ ਵਧਾਉਣ ਦਾ ਫੈਸਲਾ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਹੱਦ ਪਾਰ ਅੱਤਵਾਦ ਅਤੇ ਵੱਧਦੇ ਕੱਟੜਵਾਦ ਨੂੰ ਗੰਭੀਰ ਚੁਣੌਤੀ ਕਰਾਰ ਦਿੱਤਾ। ਸੰਯੁਕਤ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਲੀ ਨੇ ਅੱਤਵਾਦ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਫੌਜੀਆਂ ਦੇ ਰਿਸ਼ਤੇਦਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਜੋ ਉੜੀ ਹਮਲੇ ਵਿੱਚ ਮਾਰੇ ਗਏ ਸਨ। ਇਸ ਮੌਕੇ ਮੋਦੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਨਾਲ ਵਪਾਰਕ ਅਤੇ ਨਿਵੇਸ਼ ਸਮੇਤ ਹੋਰ ਮਹੱਤਵਪੂਰਨ ਇਲਾਕਿਆਂ ਵਿੱਚ ਸਹਿਯੋਗ ਵਧਾਉਣ ਦੇ ਤਰੀਕਿਆਂ ਤੇ ਗੱਲਬਾਤ ਕੀਤੀ ਹੈ। ਦੋਹਾਂ ਦੇਸ਼ਾਂ ਵਿਚਾਲੇ 3 ਸਮਝੌਤੇ ਹੋਏ ਹਨ, ਜਿਸ ਵਿੱਚ ਬੌਧਿਕ ਜਾਇਦਾਦ ਅਧਿਕਾਰ ਵੀ ਸ਼ਾਮਿਲ ਹਨ। ਵਪਾਰਕ ਆਰਥਿਕ ਸਹਿਯੋਗ ਸਮਝੌਤੇ ਵਿੱਚ ਤੇਜ਼ੀ ਲਿਆਉਣ ਤੇ ਸਹਿਮਤ ਹੁੰਦੇ ਹੋਏ ਦੋਹਾਂ ਨੇਤਾਵਾਂ ਨੇ ਸਿੰਗਾਪੁਰ ਵਿੱਚ ਕਾਰਪੋਰੇਟ ਰੁਪਿਆ ਬਾਂਡ ਜਾਰੀ ਕਰਨ ਦਾ ਸਵਾਗਤ ਕੀਤਾ ਹੈ, ਜੋ ਭਾਰਤ ਦੇ ਬੁਨਿਆਦੀ ਢਾਂਚਾ ਵਿਕਾਸ ਲਈ ਧਨ ਇਕੱਠਾ ਕਰਨ ਦੀ ਇੱਕ ਪਹਿਲ ਹੈ। Our defense and security cooperation is a key pillar of our strategic partnership. As two maritime nations, keeping the sea lanes of communication open and respect for international legal order of seas and oceans is a shared priority. Our cooperation in the framework of ASEAN East Asia Summit and the ASEAN Regional Framework is aimed at building an open and inclusive architecture for regional cooperation in an atmosphere of trust and confidence. Rising tide of terrorism, especially cross-border terrorism, and the rise of radicalization are grave challenges to our security. ਭਾਜਪਾ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਪਾਕਿਸਤਾਨ ਖਿਲਾਫ ਭਾਰਤੀ ਫੌਜ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਤੇ ਸਵਾਲ ਚੁੱਕਣ ਕਾਰਨ ਨਿਸ਼ਾਨੇ ਤੇ ਲਿਆ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਪਾਕਿਸਤਾਨ ਮੀਡੀਆ ਅਰਵਿੰਦ ਕੇਜਰੀਵਾਲ ਦੇ ਮੰਦਭਾਗੇ ਬਿਆਨ ਦਾ ਇਸਤੇਮਾਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਆਸੀ ਵਿਰੋਧ ਦੇ ਕਾਰਨ ਕੌਮੀ ਸਲਾਮਤੀ ਨਾਲ ਜੁੜੇ ਮੁੱਦਿਆਂ ਤੇ ਸਵਾਲ ਚੁੱਕ ਰਹੇ ਹਨ। ਰਵੀ ਸ਼ੰਕਰ ਨੇ ਸਵਾਲ ਕੀਤਾ ਕਿ ਅਰਵਿੰਦ ਕੇਜਰੀਵਾਲ ਫੌਜ ਦੀ ਕਾਰਵਾਈ ਤੇ ਭਰੋਸਾ ਕਰਦੇ ਹਨ, ਜੇਕਰ ਹਾਂ ਤਾਂ ਉਹ ਪਾਕਿਸਤਾਨ ਦੇ ਝੂਠੇ ਪ੍ਰਚਾਰ ਤੇ ਭਰੋਸਾ ਕਿਉਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਸਰਜੀਕਲ ਸਟ੍ਰਾਈਕ ਦੇ ਸਬੂਤ ਦੀ ਗੱਲ ਕਹਿ ਕੇ ਫੌਜ ਦੀ ਕਾਰਵਾਈ ਤੇ ਸਵਾਲ ਖੜੇ ਕੀਤੇ ਸਨ। सोनिया गांधी जी कृपा करके जवाब दें, चिदम्बरम साहब की टिप्पणी क्या कांग्रेस की ऑफिशियल लाइन है? अगर कांग्रेस की लाइन मानी जाएगी तो उसका जवाब दिया जाएगा और उस पर सवाल किए जाएंगे।
और अगर वो कांग्रेस की लाइन नहीं है तो मैं सोनिया गांधी से उम्मीद करूंगा कि अपने यहां चर्चा में रहने वाले ऐसे नेताओं पर रोक लगाएं जब देश की सुरक्षा पर सवाल उठ रहे हैं। हम अरविंद केजरीवाल जी का धन्यवाद भी करते हैं। जो उन्होंने कहा वो पूरे देश का मत भी है, लेकिन उसके बाद जो उन्होंने कहा है वो बहुत ही दुर्भाग्यपूर्ण है कि भारत को इस सर्जिकल स्ट्राइक का प्रूफ देना चाहिए। और कई विदेशी अखबार और विदेशी चैनल और पाकिस्तान इस पर सवाल उठा रहा है, तो पाकिस्तान के इस फॉल्स प्रोपेगेंडा का जवाब देना चाहिए। पहली बात मुझे अरविंद केजरीवाल से यह पूछनी है कि वो भारत की सेना की कार्रवाई पर विश्वास करते हैं कि नहीं करते हैं, और अगर करते हैं तो फिर फॉल्स प्रोपेगेंडा से प्रभावित क्यों हो जाते हैं। अरविंद केजरीवाल जी, इस देश की एक परंपरा रही है कि संकट के समय देश एक स्वर में बोलता है। राजनीतिक विरोध अपनी जगह हो, लेकिन देश एक स्वर में बोलता है। और ये देश के सुरक्षा बलों ने कार्रवाई की थी। मुख्यमंत्री ने ऐसी बातें कही है जिससे पाकिस्तान की मीडिया को और पाकिस्तान की आवाम को भारत और भारत की सेना की कार्रवाई के बारे में सवाल उठाने का अवसर मिल रहा है। इससे बड़ी पीड़ा की बात कोई हो नहीं सकती। ਫਿਲੌਰ ਨੇੜੇ ਜੇਲਮ ਐਕਸਪ੍ਰੈਸ ਨਾਲ ਪੇਸ਼ ਆਏ ਹਾਦਸੇ ਤੋਂ ਬਾਅਦ ਪ੍ਰਭਾਵਿਤ ਹੋਏ ਰੇਲ ਮਾਰਗ ਨੂੰ ਦੇਖਦੇ ਹੋਏ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਮੰਡਲ ਨੇ ਅੱਧੀ ਦਰਜਨ ਤੋਂ ਵੱਧ ਰੇਲ ਗੱਡੀਆਂ ਰੱਦ ਕਰ ਦਿੱਤੀਆਂ, ਜਦਕਿ ਕਈਆਂ ਗੱਡੀਆਂ ਦੇ ਮਾਰਗ ਬਦਲ ਦਿੱਤੇ ਗਏ। ਜਿਹੜੀਆਂ ਗੱਡੀਆਂ ਰੱਦ ਕੀਤੀਆਂ ਗਈਆਂ ਉਹਨਾਂ ਵਿੱਚ ਅੰਮ੍ਰਿਤਸਰ ਤੋਂ ਚੱਲਣ ਵਾਲੀ ਅੰਮ੍ਰਿਤਸਰ ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ, ਅੰਮ੍ਰਿਤਸਰ ਨਵੀਂ ਦਿੱਲੀ ਸ਼ਾਨੀ ਪੰਜਾਬ, ਨਵੀਂ ਦਿੱਲੀ ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ, ਨਵੀਂ ਦਿੱਲੀ ਅੰਮ੍ਰਿਤਸਰ ਸ਼ਾਨੀ ਪੰਜਾਬ, ਦਿੱਲੀ ਅੰਮ੍ਰਿਤਸਰ ਜੰਮੂ ਰਿਸ਼ੀਕੇਸ਼ ਧੌਲਾਧਰ ਐਕਸਪ੍ਰੈਸ, ਹਿਸਾਰ ਅੰਮ੍ਰਿਤਸਰ ਪੈਸੰਜਰ ਆਦਿ ਸ਼ਾਮਿਲ ਹਨ। ਇਸੇ ਤਰ੍ਹਾਂ ਜਿਨ੍ਹਾਂ ਗੱਡੀਆਂ ਦੇ ਮਾਰਗ ਬਦਲੇ ਗਏ ਉਹਨਾਂ ਨੂੰ ਵਾਇਆ ਜਲੰਧਰ ਅਤੇ ਫਿਰੋਜ਼ਪੁਰ ਰਵਾਨਾ ਕੀਤਾ ਗਿਆ ਹੈ। ਇਨ੍ਹਾਂ ਗੱਡੀਆਂ ਵਿੱਚ ਅੰਮ੍ਰਿਤਸਰ ਨਾਂਦੇੜ, ਜੰਮੂ ਮੁੰਬਈ ਮਾਲਵਾ ਐਕਸਪ੍ਰੈਸ, ਜੰਮੂ ਪੂਨਾ ਪੂਜਾ ਐਕਸਪ੍ਰੈਸ, ਜੰਮੂ ਹਾਵੜਾ ਹਿਮਗਰੀ ਐਕਸਪ੍ਰੈਸ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਕੁਝ ਗੱਡੀਆਂ ਅੰਮ੍ਰਿਤਸਰ ਤੋਂ ਦੇਰੀ ਨਾਲ ਚਲਾਈਆਂ ਗਈਆਂ। ਦੱਸਣਯੋਗ ਹੈ ਕਿ ਫਿਲੌਰ ਅਤੇ ਲਾਡੋਵਾਲ ਸਟੇਸ਼ਨ ਵਿਚਕਾਰ ਅੱਜ ਤੜਕੇ ਗੱਡੀ ਦੇ 10 ਡੱਬੇ ਪਟੜੀ ਤੋਂ ਉਤਰ ਗਏ ਸਨ ਅਤੇ ਇਸ ਹਾਦਸੇ ਵਿੱਚ 4 ਯਾਤਰੀ ਜ਼ਖਮੀ ਹੋਏ ਸਨ। वो रात को करीब 3:10 पे गाड़ी का ऐसा बैलेंस लगा के गाड़ी बदलने वाली है। हम सोए हुए थे बीच की सीट पर, हमने इनको आवाज दिया कि जल्दी उतरो, नहीं तो गाड़ी का डिब्बा मतलब पलट गया है, मतलब साइड इसने छोड़ दी है लाइन। तो देखा तो वहाँ बहुत हल्ला हो रहा था। बाद में हम उतरे, हमारे साथ में 20 आदमी थे, हमने सभी को दिखा, सब सुरक्षित थे। पटरी से उतरा था, एक साइड उतरी थी खाली बस। हाँ, 4-5 डिब्बे बिल्कुल पटरी छोड़ गए हैं, अपनी झुके हुए हैं। ऐसी स्थिति नहीं थी कि बिल्कुल खतरे में हो। यहाँ एक गांव में लड्डू वाला और ये व्यवस्था है पानी की, चाय की, इन गांव वालों ने बहुत मदद की है। ट्रेन चली थी फिलौर से और ये लाडोवाल फिलौर सेक्शन है ये बीच में। रात को यहाँ पे 3:05 पर इसका डिरेलमेंट, तो उसमें 10 डब्बे डिरेल हुए और इसमें बड़ी फॉर्चुनेट बात है कि कोई कैजुअलिटी नहीं है और सिर्फ 3 लोगों को सिंपल इंजरी आई है, जो कि तीनों को सिविल हॉस्पिटल ले गए लुधियाना में। वहाँ पे वो भर्ती है, हमारे डॉक्टर वहाँ पे गए हुए, उनको देखभाल कर। ये कहाँ से आ रही थी? और ये झेलम एक्सप्रेस है, ये जम्मू से पूना जाती है। कारणों का पता लग पाया क्या? अभी हम इन्वेस्टिगेशन कर रहे हैं। एकदम से बड़ा कॉम्प्लिकेटेड चीज़ होती है, एकदम से पता नहीं चल पाता। देख रहे हैं उसको एग्जामिनेशन। ਭਾਰਤ ਪਾਕਿਸਤਾਨ ਸਰਹੱਦ ਤੇ ਸਥਿਤ ਤੋਤਾ ਪੋਸਟ ਤੋਂ BSF ਦੇ ਜਵਾਨਾਂ ਨੇ ਰਾਵੀ ਨਦੀ ਵਿੱਚ ਵਹਿ ਕੇ ਆਈ ਇੱਕ ਕਿਸ਼ਤੀ ਬਰਾਮਦ ਕੀਤੀ ਹੈ। BSF ਅਧਿਕਾਰੀਆਂ ਨੇ ਦੱਸਿਆ ਕਿ ਸਰਜੀਕਲ ਸਟ੍ਰਾਈਕ ਤੋਂ ਬਾਅਦ LOC ਤੇ ਸੁਰੱਖਿਆ ਵਧਾਈ ਗਈ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ ਕਿਸ਼ਤੀ ਬਿਲਕੁਲ ਖਾਲੀ ਸੀ ਅਤੇ ਇਹ ਅਜਨਾਲਾ ਅਤੇ ਡੇਰਾ ਬਾਬਾ ਨਾਨਕ ਖੇਤਰ ਵਿਚਕਾਰ ਸਥਿਤ ਸੀ। ਉਨ੍ਹਾਂ ਕਿਹਾ ਕਿ ਕਿਸ਼ਤੀ ਤੇ ਪਾਕਿਸਤਾਨੀ ਝੰਡਾ ਮਿਲਣ ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅਧਿਕਾਰੀ ਮੁਤਾਬਿਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਪਾਕਿस्तानी रेंजर्स नाल भी गल की जा रही है। आज सुबह तकरीबन 5 बजे के करीब हमारे ट्रुप्स जो एम्बुश में ड्यूटी में होते हैं, उन्होंने ऑब्जर्व किया कि रिवर रावी में कोई बोट लाइट टाइप का ऑब्जेक्ट जो है शायद मूव कर रहा है। इमीडिएटली जो है उस एरिया को जो है फोकस में लाया गया और देखने पर यह पता लगा कि एक कंट्री मेड बोट जो है
वो पाकिस्तान के टेरिटरी से इंडियन टेरिटरी में एंटर की गई। उसका इमीडिएट सर्च किया गया। सर्च के दौरान में कुछ भी बोट में ऐसा कोई आपत्तिजनक चीज़ नहीं मिली है और उसमें एक पाकिस्तानी फ्लैग जरूर मिला है पुराना सा, जो इंडिकेट करता है कि ये एक पाकिस्तानी बोट है। हालांकि पूरा सिक्योरिटी को ध्यान में रखते हुए हमने पूरे इलाके की गहन छानबीन कराई है, जिसमें हमें पुलिस का काफ़ी सहयोग मिला है और वो सर्च तकरीबन अभी भी ख़त्म नहीं हुई है और इस पूरे सर्च के दौरान में कुछ भी ऐसा आपत्तिजनक नहीं दिखाई दिया है। ਸਰਜੀਕਲ ਸਟ੍ਰਾਈਕ ਤੋਂ ਬਾਅਦ ਭਾਰਤ ਪਾਕਿਸਤਾਨ ਸਰਹੱਦ ਤੇ ਤਣਾਅ ਦਾ ਮਾਹੌਲ ਹੈ। ਭਾਰਤ ਵਾਲੇ ਪਾਸੇ ਜਿੱਥੇ ਸਰਹੱਦ ਦੇ ਨੇੜੇ 10 ਕਿਲੋਮੀਟਰ ਦੇ ਘੇਰੇ ਅੰਦਰ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ, ਉੱਥੇ ਪਾਕਿਸਤਾਨ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਇਹ ਦਾਅਵਾ ਕੀਤਾ ਹੈ ਪਾਕਿਸਤਾਨ ਤੋਂ ਆਏ ਸਿੱਖ ਸ਼ਰਧਾਲੂਆਂ ਨੇ। ਪਾਕਿਸਤਾਨ ਦੇ ਸਿੱਖ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ, ਦਮਦਮਾ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਅਤੇ ਦਿੱਲੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਅੱਜ ਅੰਮ੍ਰਿਤਸਰ ਪਹੁੰਚੇ। ਇਹ ਸ਼ਰਧਾਲੂ 23 ਅਕਤੂਬਰ ਤੱਕ ਵਾਪਸ ਪਾਕਿਸਤਾਨ ਪਰਤਣਗੇ। ਸ਼ਰਧਾਲੂਆਂ ਮੁਤਾਬਿਕ ਪਾਕਿਸਤਾਨ ਦੇ ਲੋਕ ਕਿਸੇ ਵੀ ਸੂਰਤ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਜੰਗ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਇਹ 75 ਬੰਦੇ ਆਏ हैं पाकिस्तान ਤੋਂ ਜੱਥਾ ਲੈ ਕੇ ਆਏ हैं ਤੇ ਇੱਥੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਆਏ। ਅਸੀਂ ਅੰਮ੍ਰਿਤਸਰ, ਦਿੱਲੀ, ਆਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ। ਇਹ ਜੱਥਾ ਕਦੋਂ ਵਾਪਸ ਜਾਏਗਾ? ਇਹ 23 ਤਰੀਕ ਨੂੰ ਵਾਪਸ ਜਾਏਗਾ। ਨਹੀਂ ਹਾਲਾਤ ਪਾਕਿਸਤਾਨ ਅਸੀਂ ਆਏ ਠੀਕ ਠਾਕ ਸੀ। ਇਧਰ ਵੀ ਆ ਕੇ ਸਾਨੂੰ ਇੰਜ ਕੁਝ ਨਹੀਂ ਲੱਗਾ, ਕੋਈ ਹਾਲਾਤ ਖਰਾਬ ਨੇ। टीवी ਤੇ ਬਹੁਤ ਕੁਝ ਦੱਸਿਆ ਜਾਂਦਾ ਲੇਕਿਨ ਇੰਜ ਕੋਈ ਨਾ ਇਧਰ ਕੁਝ ਦੇਖਣ ਨੂੰ ਮਿਲਿਆ ਨਾ ਉਧਰ ਐਸਾ ਕੁਝ ਹੈ। ਲੋਕ ਖੁਸ਼ਹਾਲ ਨੇ, ਆਪਣੇ ਕਾਰੋਬਾਰਾਂ ਦੁਕਾਨਾਂ ਸਭ ਕੁਝ कर रहे हैं, कोई मसला नहीं है। मिलजुल के रहो, लड़ाई झगड़ा कोई फायदा नहीं, दोवां पासे नुकसान होना। तो मिलजुल के रहो, कारोबार भी करो, तो लोगों को वीजे भी दो, यात्रा भी करन, लोगों सारा कुछ कर, मिलजुल के रहो बस। अभी इधर से जाएंगे दरबार साहब, 2-3 दिन इधर से यात्रा करके फिर आनंदपुर साहब और उसके बाद दमदमा साहब जाएंगे। उसके बाद फिर दिल्ली और उसके बाद 20 दिन की जो यात्रा है वो समाप्त होकर हम वापस जाएंगे पाकिस्तान। नहीं जी, इधर तो हम आके हमें कोई मसला नहीं हुआ, रास्ते में कोई रुकावट नहीं, पूरे रास्ते हम बिल्कुल सेफ जर्नी, कोई मसला नहीं रहा। उधर तो भी कोई मसला नहीं था, सब कुछ ठीक था। बस ऊपर से अगर कोई दबाव हो तो वो कह सकते हैं, लेकिन और उधर आवाम में जितने भी उधर लोग हैं उसमें कोई खौफ खराश नहीं है, कुछ मसला नहीं है। बॉर्डर में भी कुछ मतलब वो हमें दिक्कत नहीं हुई। ਆਮ ਆਦਮੀ ਪਾਰਟੀ ਦੇ ਪੰਜਾਬ ਲੀਗਲ ਸੈੱਲ ਦੇ ਪ੍ਰਧਾਨ ਅਤੇ ਹਲਕਾ SAS ਨਗਰ ਤੋਂ ਆਪ ਦੇ ਵਿਧਾਨ ਸਭਾ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਮੋਦੀ ਸਰਕਾਰ ਨਾਲ ਸੁਪਰੀਮ ਕੋਰਟ ਵਿੱਚ ਕੇਸ ਲੜ ਰਹੇ ਕਿਸਾਨ ਸੁਰਿੰਦਰ ਸਿੰਘ ਭੁੱਲਰ ਅਤੇ ਪਿਰਥੀ ਸਿੰਘ ਨੇ ਅੱਜ SAS ਨਗਰ ਮੁਹਾਲੀ ਵਿਖੇ ਇੱਕ ਪੱਤਰਕਾਰ ਸੰਮੇਲਨ ਕੀਤਾ। ਇਸ ਸਮੇਂ ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਪੰਜਾਬੀ ਸਿੱਖ ਕਿਸਾਨ ਵਿਰੋਧੀ ਚਿਹਰੇ ਨੂੰ ਜਲਦ ਹੀ ਗੁਜਰਾਤ ਦੇ ਕਿਸਾਨ ਲੋਕਾਂ ਸਾਹਮਣੇ ਪੇਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਹਾਈ ਕੋਰਟ ਤੋਂ ਬਾਅਦ ਪੰਜਾਬੀ ਕਿਸਾਨਾਂ ਨੂੰ ਗੁਜਰਾਤ ਤੋਂ ਦੇਣ ਲਈ ਸੁਪਰੀਮ ਕੋਰਟ ਵਿੱਚ ਪਾਈ ਅਪੀਲ ਨੇ ਮੋਦੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ 5000 ਪਰਿਵਾਰਾਂ ਤੇ 1 ਲੱਖ ਏਕੜ ਜ਼ਮੀਨ ਨਾਲ ਸੰਬੰਧਿਤ ਹੈ। ਅੰਮ੍ਰਿਤਸਰ ਪੁਲਿਸ ਨੇ ਇੱਕ ਮੋਟਰਸਾਈਕਲ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਮੋਟਰਸਾਈਕਲ ਸਵਾਰਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਮੋਟਰਸਾਈਕਲ ਚੋਰੀ ਕਰਨ ਦੀ ਗੱਲ ਮੰਨੀ। ਉਹਨਾਂ ਦੱਸਿਆ ਕਿ ਦੋਸ਼ੀਆਂ ਤੋਂ ਚੋਰੀ ਦੇ 11 ਮੋਟਰਸਾਈਕਲ ਬਰਾਮਦ ਕਰ ਲਏ ਗਏ ਹਨ, ਜਦਕਿ 5 ਹੋਰ ਬਰਾਮਦ ਕੀਤੇ ਜਾਣੇ ਬਾਕੀ ਹਨ। ਫੜੇ ਗਏ ਸਾਰੇ ਦੋਸ਼ੀ ਨਸ਼ੇ ਦੀ ਲੋੜ ਪੂਰੀ ਕਰਨ ਲਈ ਚੋਰੀ ਕਰਦੇ ਸਨ। ਪੁਲਿਸ ਦੁਆਰਾ ਇਹਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਗੁਰਦੁਆਰਾ ਬੋੜੀ ਸਾਹਿਬ ਦੇ ਲਾਗੇ ਫਿਰਦੇ ਸੀ ਵੀ 2 ਨੌਜਵਾਨ ਜਿਹੜੇ ਮੋਟਰਸਾਈਕਲ ਤੇ ਘੁੰਮ ਰਹੇ ਆ ਤੇ ਨਸ਼ੀਲੇ ਪਦਾਰਥਾਂ ਦਾ ਵੀ ਕੰਮ ਕਰਦੇ ਆ। ਅਗਰ ਉਹਨਾਂ ਨੂੰ ਨਾਕਾ ਲਾ ਕੇ ਕਾਬੂ ਕਰ ਸਕਦੇ ਹੋ ਤੇ ਕਰ ਲਓ। ਇਹਨਾਂ ਨੇ ਨਾਕਾਬੰਦੀ ਦੌਰਾਨ ਉਹਨਾਂ ਨੂੰ ਕਾਬੂ ਕੀਤਾ। ਇਹਨਾਂ ਕੋਲੋਂ 2 ਮੋਟਰਸਾਈਕਲ ਚੋਰੀ ਦੇ ਮੌਕਾ ਤੋਂ ਮਿਲੇ ਤੇ ਇਹਨਾਂ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸੇ ਤਰ੍ਹਾਂ ਹੀ ਮਿਤੀ ਕੱਲ ਸਾਡੇ ਇੰਚਾਰਜ ਲੱਗੇ ਨੇ ਸਤਪਾਲ ਸਿੰਘ ਇੰਚਾਰਜ ਕਾਲੇ ਘਣੂਪੁਰ। ਇਹਨਾਂ ਨੂੰ ਕਾਲੇ ਵਾਲੇ ਮੋੜ ਤੇ ਇਹ ਖੜੇ ਸੀਗੇ। ਨਾਕੇ ਦੌਰਾਨ 2 ਮੋਨੇ ਨੌਜਵਾਨ ਆਏ ਮੋਟਰਸਾਈਕਲ ਤੇ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਿੱਛੇ ਲੱਗੇ ਭੱਜਣ ਦੇ ਕੇ ਇਹਨਾਂ ਨੇ ਕਾਬੂ ਕਰ ਲਿਆ। ਜਿਨ੍ਹਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਤੇ ਜਿਨ੍ਹਾਂ ਦੀ ਤਲਾਸ਼ੀ ਲਈ, ਜਿਨ੍ਹਾਂ ਦੇ ਕੋਲੋਂ 170 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। मतलब टोटल इन्होंने 6 मोटरसाइकिल बरामद किए। 2 मोटरसाइकिल मौका तो बरामद किए आ तो 4 इन्हों के फर्द इंकशाफ से इन्होंने जोड़े दसन मुताबक बरामद किए गए मोटरसाइकिल।
ਪਰਚੇ ਦਰਜ ਕਰ ਦਿੱਤੇ ਗਏ 379 411 ਨਾਲ ਬਾਈਕਾਟ 85 NDPS ਐਕਟ ਲਾਇਆ ਗਿਆ ਤੇ ਇਹ ਅੱਜ ਜਿਹੜੇ ਕਾਲੇ ਘਨੂਪੁਰ ਵਾਲੇ ਆ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਅਦਾਲਤ ਦੇ ਵਿੱਚ। ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਇਹਨਾਂ ਕੋਲ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਹਨਾਂ ਕੋਲ ਹੋਰ ਮੋਟਰਸਾਈਕਲ ਮਿਲਣ ਦੇ ਆਸਾਰ ਆ। ਸਵਰਾ ਭਾਸਕਰ ਦੇ ਨਵੇਂ ਸ਼ੋਅ ਇਟਸ ਨੋਟ ਦੈਟ ਸਿੰਪਲ ਨੂੰ ਹੁਣ ਦਰਸ਼ਕ ਵੈਬ ਟੀਵੀ ਤੇ ਦੇਖ ਸਕਣਗੇ। ਇਸ ਦੀ ਸਕਰੀਨਿੰਗ ਮੁੰਬਈ ਵਿਖੇ ਦੇਖਣ ਨੂੰ ਮਿਲੀ, ਜਿੱਥੇ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ੋਅ ਨੂੰ ਸਪੋਰਟ ਕਰਨ ਪਹੁੰਚੀਆਂ। ਇਸ ਸਮੇਂ ਸਾਰਿਆਂ ਪਹੁੰਚੇ ਹੋਏ ਮਹਿਮਾਨਾਂ ਨੇ ਇਟਸ ਨੋਟ ਦੈਟ ਸਿੰਪਲ ਦਾ ਟ੍ਰੇਲਰ ਨੂੰ ਬਹੁਤ ਪਸੰਦ ਕੀਤਾ ਤੇ ਕਿਹਾ ਕਿ ਜ਼ਿੰਦਗੀ ਵਿੱਚ ਕੁਝ ਵੀ ਹਾਸਲ ਕਰਨਾ ਆਸਾਨ ਨਹੀਂ ਹੈ, ਸਾਨੂੰ ਸਾਰਿਆਂ ਨੂੰ ਕੁਝ ਪਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। Well, it's a adult drama है। कहानी है एक औरत के बारे में जो उसकी शादी जो एक शादीशुदा औरत के बारे में है। इट्स अबाउट हर रिलेशनशिप विद द हस्बैंड और इट्स अबाउट रिलेशनशिप्स इन मॉडर्न अर्बन इंडिया आई थिंक। तो शादीशुदा लोगों के बारे में थोड़ा सा मैच्योर एडल्ट लव स्टोरी है, डिसफंक्शनल मैच्योर एडल्ट लव स्टोरी। ਤੇ ਇਸ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ। ਨਵੀਆਂ ਤੇ ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।